ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਅੱਜ ਮੇਰੇ ਨਾਲ ਸਿਆਸੀ ਮਾਹੌਲ ਤੇ ਕਿਸਾਨਾਂ ਵੱਲੋਂ ਜੋ ਮਾਹੌਲ ਸਿਰਜਿਆ ਜਾ ਰਿਹਾ ਉਸ ਤੇ ਗੱਲਬਾਤ ਕਰਨ ਦੇ ਲਈ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਜੀ ਆਇਆਂ। ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਵੀ ਤੁਹਾਡੇ ਚੈਨਲ ਰਾਹੀਂ ਧੰਨਵਾਦ ਜੀ। ਧਾਲੀਵਾਲ ਸਾਹਿਬ, ਕਿਸਾਨਾਂ ਨੇ ਵੱਡੇ ਐਲਾਨ ਕੀਤੇ ਨੇ। ਉਹ ਕਹਿੰਦੇ 2-3 ਦਿਨਾਂ ਦੇ ਵਿੱਚ, ਬਲਵੀਰ ਸਿੰਘ ਰਾਜੇਵਾਲ ਵੀ ਇਹ ਗੱਲ ਕਹਿੰਦੇ ਨੇ ਕਿ 2-3 ਦਿਨਾਂ ਦੇ ਵਿੱਚ ਸਾਰਾ ਸਿਨੈਰੀਓ ਅਸੀਂ ਕਲੀਅਰ ਕਰ ਦਾਂਗੇ, ਸਾਡਾ ਮੈਨੀਫੈਸਟੋ ਵੀ ਆਊਗਾ। ਹਾਲਾਂਕਿ ਉਹਨਾਂ ਨੇ ਇਹ ਗੱਲ ਵੀ ਕਹੀ ਕਿ ਜੋ ਹੋਰਨਾਂ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਨੇ ਉਹ ਲੀਗਲ ਹੋਣੇ ਚਾਹੀਦੇ ਨੇ, ਉਸ ਤੋਂ ਬਾਅਦ ਕੈਂਡੀਡੇਟ ਅਨਾਊਂਸ ਹੋਣਗੇ। ਗੁਰਨਾਮ ਸਿੰਘ ਚੜੂੰਨੀ ਦੇ ਨਾਲ ਸਮਝੌਤਾ ਹੋ ਜਾਊਗਾ ਕਿਉਂਕਿ ਗੁਰਨਾਮ ਸਿੰਘ ਚੜੂੰਨੀ ਹੋਰਾਂ ਨੂੰ ਰੋਕ ਕੇ ਉਹਨਾਂ ਨੇ ਆਪਣੇ ਕੈਂਡੀਡੇਟਾਂ ਦੀ ਸੂਚੀ ਜਾਰੀ ਕਰਨੀ ਸੀ। ਤਕਰੀਬਨ ਪਹਿਲੀ ਸੂਚੀ ਦੇ ਵਿੱਚ 10 ਕੈਂਡੀਡੇਟ ਸੀ। ਗੁਰਨਾਮ ਸਿੰਘ ਚੜੂੰਨੀ ਨੇ ਰੋਕਤਾ। ਹੋ ਸਕਦਾ ਕਿ ਸਮਝੌਤਾ ਹੋ ਜੇ, ਇਕੱਠੇ ਹੋ ਕੇ ਉਹ ਤੁਰਨਗੇ। ਜੋ ਪਲਾਨ ਹੋਊਗਾ ਕਿਸਾਨਾਂ ਦਾ, ਦੇਖੋ 117 ਵਿਧਾਨ ਸਭਾ ਹਲਕੇ ਨੇ ਪੰਜਾਬ ਦੇ, ਕੀ ਸਾਰਿਆਂ ਦੇ ਕਿਸਾਨਾਂ ਨੂੰ ਉਤਾਰਿਆ ਜਾਊਗਾ? ਰਿਜ਼ਰਵ ਹਲਕੇ ਵੀ ਆਉਂਦੇ ਨੇ, ਉੱਥੇ ਤੁਹਾਡੇ ਮੁਤਾਬਕ ਕੀ ਪੈਂਤੜੇ ਲੈ ਸਕਦੇ ਨੇ? ਕਿਹੜੇ ਬੰਦਿਆਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ? ਸਾਰੇ ਕਿਸਾਨ ਹੀ ਹੋਣਗੇ ਜਾਂ 117 ਹਲਕਿਆਂ ਤੇ ਜਿਵੇਂ ਹੋਰ ਪਾਰਟੀਆਂ ਕਰਦੀਆਂ ਨੇ ਕਿ ਕੋਈ ਹੋਰ ਪਾਰਟੀਆਂ ਦੇ ਵਿੱਚੋਂ ਬੰਦੇ ਲੈ ਲਏ ਜਾਂਦੇ ਨੇ ਜਿਨ੍ਹਾਂ ਦੇ ਜਿੱਤਣ ਦੇ ਅਸਾਰ ਜ਼ਿਆਦਾ ਹੁੰਦੇ ਨੇ ਕਿ ਆਹ ਬੰਦਾ ਭਾਈ ਇੱਥੋਂ ਆਪਣੀ ਸੀਟ ਜਿੱਤ ਕੇ ਸਾਡੀ ਝੋਲੀ ਪਾ ਸਕਦਾ, ਕਿ ਦੂਜੀ ਪਾਰਟੀ 'ਚ ਵੀ ਸ਼ਾਮਲ ਕਰਾਏ ਜਾ ਸਕਦੇ ਨੇ? ਕਿਵੇਂ ਸਾਰਾ ਸਿਨੈਰੀਓ ਰਹੂਗਾ? ਭੰਗੂ ਸਾਹਿਬ, ਇਹਦੇ ਵਿੱਚ ਇਹ ਮੈਂ ਪਹਿਲੀਆਂ ਇੰਟਰਵਿਊਜ਼ ਦੇ ਵਿੱਚ ਵੀ ਜਦੋਂ ਆਪਾਂ ਗੱਲ ਕਰਦੇ ਰਹੇ ਹਾਂ ਉਦੋਂ ਵੀ ਆਪਾਂ ਵਾਰ-ਵਾਰ ਇਹੀ ਕਹਿੰਦੇ ਰਹੇ ਹਾਂ ਕਿ ਜਿੰਨਾ ਚਿਰ ਕਿਸਾਨ ਅੰਦੋਲਨ ਦੇ ਸਰਵਾ ਜਿਹੜੇ ਹੈਗੇ ਲੀਡਰ ਹੈਗੇ, ਜਿਨ੍ਹਾਂ ਵੱਲੋਂ ਕਿਸਾਨ ਸੰਘਰਸ਼ ਮੋਰਚਾ ਬਣਾਇਆ ਗਿਆ ਹੈ, ਜਿੰਨੀ ਦੇਰ ਉਹ ਆਪਣੇ ਪੱਤੇ ਕਲੀਅਰ ਨਹੀਂ ਕਰਦੇ ਚੋਣ ਲੜਨ ਤੇ ਆਪਣੀ ਸਟ੍ਰੈਟਜੀ ਤੇ ਬੰਦੇ ਖੜੇ ਕਰਨ ਤੱਕ, ਉਨੀ ਦੇਰ ਸਿਆਸੀ ਅੰਦਾਜ਼ੇ ਲਗਾਉਣੇ ਮੁਸ਼ਕਿਲ ਕੰਮ ਹੈ ਕਿ ਕਿਹੜੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ, ਕਿਹੜੀ ਕਿੱਥੇ ਕਿੱਦਾਂ ਕਰਦੀ ਹੈ। ਜਿਉਂ ਹੀ ਕਿਸਾਨਾਂ ਨੇ ਆਪਣਾ ਥੋੜ੍ਹਾ ਜਿਹਾ ਸ਼ੁਰੂ ਕੀਤਾ ਕੰਮ, ਜਦੋਂ ਉਹਨਾਂ ਨੇ ਦਿਖਾਇਆ ਕਿ ਅਸੀਂ ਇਲੈਕਸ਼ਨ ਲੜਾਂਗੇ, ਪਹਿਲੇ ਲੈਵਲ 'ਤੇ ਕਿਸਾਨਾਂ ਦੇ ਉਸ ਜਿਹੜਾ ਕਿਸਾਨ ਮੋਰਚਾ ਸੀ, ਕਿਸਾਨ ਮੋਰਚੇ ਦੇ ਇੱਕ ਧੜੇ ਏਕਤਾ ਅਗਰਾਹਾਂ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਦੀ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਇਲੈਕਸ਼ਨ ਨਹੀਂ ਲੜਾਂਗੇ। ਉਹਦੇ ਨਾਲ ਦਰਸ਼ਨਪਾਲ ਜੀ ਆ ਗਏ, ਜਾਂ 3-4 ਯੂਨੀਅਨਾਂ ਹੋਰ ਆ ਗਈਆਂ। 1-2 ਯੂਨੀਅਨਾਂ ਜਿਹੜੀਆਂ ਲੱਗਦਾ ਸੀ ਇਹਨਾਂ ਦੇ ਨਾਲ ਨੇ, ਉਹ ਇਹਨਾਂ ਨੂੰ ਛੱਡ ਕੇ ਵੀ ਗਈਆਂ ਕਿ ਅਸੀਂ ਨਹੀਂ ਨਾਲ ਰਵਾਂਗੇ। ਉਦੋਂ ਤੱਕ ਇਹ ਲੱਗ ਰਿਹਾ ਸੀ ਆਮ ਲੋਕਾਂ ਨੂੰ ਕਿ ਸ਼ਾਇਦ ਉਹਨਾਂ ਦੇ ਦਬਾਅ ਨਾਲ ਇਹਨਾਂ ਨੂੰ ਰਿਵਿਊ ਕਰਨਾ ਪਊਗਾ ਅਤੇ ਸ਼ਾਇਦ ਕਿਸਾਨ ਵੱਲੋਂ ਜਿਹੜਾ ਸੰਘਰਸ਼ ਮੋਰਚਾ ਹੈ ਜਾਂ ਸਮਾਜ ਮੋਰਚਾ ਹੈ ਜੀ, ਕਿ ਇਹ ਜਕੋ ਤੱਕ 'ਚ ਹੈ ਵੀ ਅਸੀਂ ਅੱਗੇ ਜਾਈਏ, ਪਿੱਛੇ ਜਾਈਏ, ਵਾਪਸ ਕਰੀਏ ਜਾਂ ਇਲੈਕਸ਼ਨ ਲੜੀਏ। ਹੌਲੀ ਹੌਲੀ ਹੁਣ ਆ ਕੇ ਜਿਉਂ ਹੀ ਮੋਦੀ ਜੀ ਆ ਕੇ ਗਏ ਇੱਥੇ, ਅਤੇ ਉਹਨਾਂ ਨੂੰ ਜੇ ਮੈਂ ਕਹਾਂ, ਆਮ ਪੱਤਰਕਾਰ ਸਾਰੇ ਇਹੀ ਗੱਲ ਕਹਿ ਰਹੇ ਨੇ, ਮੈਂ ਵੀ ਕਹਿ ਦਿੰਦਾ ਕੋਈ ਵੱਡੀ ਕਤਾਹੀ ਨਹੀਂ, ਕਿ ਉਹਨਾਂ ਨੂੰ ਗੁਜ਼ਾਰੇ ਜੋਗਾ ਰਿਸਪੌਂਸ ਨਹੀਂ ਮਿਲਿਆ। ਉਸ ਤੋਂ ਬਾਅਦ ਜਿਹੜੇ ਲੋਕ ਕਿਸਾਨ ਮੋਰਚੇ 'ਚੋਂ ਆਏ, ਰਾਜਨੀਤੀ ਵੱਲ ਪ੍ਰੇਰਿਤ ਨੇਤਾਵਾਂ ਦੀ ਹਮਾਇਤ ਕਰਦੇ ਸੀ, ਉਹਨਾਂ ਨੇ ਵੱਧ ਕਿਹਾ ਕਿ ਇਹ ਰੈਲੀ ਵਿੱਚ ਲੋਕ ਇਸ ਲਈ ਨਹੀਂ ਗਏ ਕਿਉਂਕਿ ਲੋਕ ਚਾਹੁੰਦੇ ਨੇ ਕਿ ਉਹਨਾਂ ਦੀ ਅਗਵਾਈ ਕੋਈ ਉਹ ਬੰਦੇ ਕਰਨ ਜਿਹੜੇ ਬੇਦਾਗ ਅਤੇ ਸਮਾਜ ਲਈ ਅਤੇ ਕਿਸਾਨ ਮਜ਼ਦੂਰ ਲਈ, ਪੇਂਡੂ ਵਰਗ ਲਈ ਜਾਂ ਛੋਟੇ ਵਪਾਰੀ ਲਈ ਕੋਈ ਪਲਾਨ ਰੱਖਦੇ ਹੋਣ, ਕੋਈ ਯੋਜਨਾ ਰੱਖਦੇ ਹੋਣ। ਅਸੀਂ ਉਹਨਾਂ ਨੂੰ ਸਪੋਰਟ ਕਰਦੇ ਹਾਂ। ਇਹ ਉਹਨਾਂ ਦਾ ਸੰਕੇਤ ਹੈ। ਇਹ ਸੰਕੇਤ ਨੂੰ ਇਸ ਤਰ੍ਹਾਂ ਸਮਝਦੇ ਹੋਏ ਦੁਬਾਰਾ ਫੇਰ ਹੰਬਲਾ ਮਾਰਿਆ। ਉਸ ਹੰਬਲੇ 'ਚ ਫਾਇਦਾ ਇਹ ਹੋਇਆ ਕਿ ਇੱਕ ਤਾਂ ਗੁਰਨਾਮ ਸਿੰਘ ਚੜੂੰਨੀ ਜਿਹੜੇ ਇਕੱਲੇ ਨਿਕਲ ਗਏ ਸੀ ਇੱਕ ਪਾਸੇ, ਉਹਨਾਂ ਨਾਲ ਗੱਲਬਾਤ ਕਰਨ 'ਤੇ ਉਹਨਾਂ ਨੂੰ ਹੁਣ ਤੱਕ ਇਹ ਲੱਗ ਰਿਹਾ ਹੈ ਕਿ ਸ਼ਾਇਦ ਉਹ ਮੰਨਦੇ ਨਜ਼ਰ ਆ ਰਹੇ ਨੇ, ਮਨਾ ਲਿਆ ਗਿਆ। ਬਾਕੀ ਮੈਂ ਫੇਰ ਕਹਿਣਾ ਕਿ ਇੱਕ ਸੰਕਟ ਹਾਲੇ ਵੀ ਸੰਘਰਸ਼ ਮੋਰਚੇ ਦੇ ਉੱਪਰ ਪਿਆ। ਉਹ ਸੰਕਟ ਨੂੰ ਇਹ ਕਿਵੇਂ ਸਰ ਕਰਦੇ ਨੇ, ਕਿਵੇਂ ਜਿੱਤ ਪਾਉਂਦੇ ਨੇ, ਉਹ ਹੈ ਟਿਕਟਾਂ ਵੰਡਣ ਦਾ ਮਸਲਾ। ਕਿਉਂਕਿ ਉਹਦੇ ਵਿੱਚ ਕੋਈ ਮਕੈਨਿਜ਼ਮ, ਮੈਂ ਪਹਿਲਾਂ ਇੱਕ ਇੰਟਰਵਿਊ 'ਚ ਤੁਹਾਡੇ ਨਾਲ ਕਹਿ ਚੁੱਕਿਆ ਕਿ ਸਮਾਂ ਥੋੜ੍ਹਾ ਹੈ।
ਉਹ ਮਕੈਨਿਜ਼ਮ ਇਸ ਲਈ ਤਿਆਰ ਹੋ ਸਕਦਾ ਸੀ ਜਾਂ ਤੇ ਕੋਈ ਪਾਰਲੀਮੈਂਟਰੀ ਬੋਰਡ ਸਾਰਿਆਂ ਦੀ ਸਹਿਮਤੀ ਨਾਲ ਬਣ ਜਾਂਦਾ, ਸਾਰੇ ਉਹ 'ਤੇ ਸਹਿਮਤ ਹੋ ਜਾਂਦੇ ਕਿ ਫਾਈਨਲੀ ਇਹ ਡਿਸਾਈਡ ਕਰਨਗੇ ਕਿ ਕਿਹੜੀ ਟਿਕਟ ਕਿਹਨੂੰ ਦੇਣੀ ਹੈ। ਉਹ ਸਾਰਾ ਕੁਝ ਹਾਲੇ ਤੱਕ ਕਲੀਅਰ ਨਹੀਂ ਹੈ। ਜੇ ਆਪਾਂ ਇਹ ਕਹੀਏ ਕਿ ਕਈ ਸਾਰੇ ਨੇਤਾ ਤਿਆਰ ਨੇ ਔਰ ਕਈ ਸਾਰੇ ਨੇਤਾਵਾਂ 'ਤੇ ਇਹ ਆਬਜੈਕਸ਼ਨ ਵੀ ਆ ਰਿਹਾ ਹੈ। ਅੱਜ ਮੈਂ ਕਿਸੇ ਇੱਕ ਪੱਤਰਕਾਰ ਦੀ ਸੁਣ ਰਿਹਾ ਸੀ, ਉਹਦੇ ਵੱਲੋਂ ਇਹ ਆਬਜੈਕਸ਼ਨ ਸੀ ਕਿ ਜੀ ਭਾਵੇਂ ਰਾਜੇਵਾਲ ਸਾਹਿਬ ਦਾ ਐਡਾ ਕੱਦ ਹੈ, ਉਹ ਜਿੱਥੋਂ ਇਲੈਕਸ਼ਨ ਲੜਨੀ ਚਾਹਣ ਉਹ ਲੜ ਸਕਦੇ ਨੇ। ਰੁਲਦੂ ਸਿੰਘ ਮਾਨਸਾ ਜਿੱਥੋਂ ਇਲੈਕਸ਼ਨ ਲੜਨੀ ਚਾਹਣ, ਉਹਨਾਂ ਦਾ ਕੱਦ ਵੀ ਡਿਸੀਜਨ ਮੇਕਿੰਗ 'ਚ ਐਡਾ ਹੈ ਕਿ ਉਹਨਾਂ ਦੇ ਪੱਖ 'ਚ ਫੈਸਲਾ ਹੋ ਸਕਦਾ ਹੈ ਕਿ ਕਿੱਥੋਂ ਲੜਨੀ ਹੈ। ਪਰੰਤੂ ਉਹਨਾਂ ਦੋਨਾਂ ਨੂੰ ਆਪਣੇ ਆਪ ਸਭ ਤੋਂ ਪਹਿਲਾਂ ਇਹ ਕਹਿਣਾ ਕਿ ਜੀ ਉਹ ਖੰਨੇ ਤੋਂ ਲੜਨਗੇ ਤੇ ਰੁਲਦੂ ਸਿੰਘ ਮਾਨਸਾ ਵਾਲੋਂ ਆਪਦੇ ਆਪ ਹੀ ਕਹਿਣਾ ਕਿ ਮੈਂ ਜੀ ਮਾਨਸਾ ਤੋਂ ਕੈਂਡੀਡੇਟ ਹਾਂ, ਮੈਂ ਸਿੱਧੂ ਮੂਸੇਵਾਲੇ ਦੇ ਬਰਾਬਰ ਲੜੂੰਗਾ, ਇਹ ਸ਼ੋਭਾ ਨਹੀਂ ਦਿੰਦਾ। ਮਤਲਬ ਇਹ ਅੱਛਾ ਨਹੀਂ ਲੱਗਦਾ। ਹਾਂ, ਕੋਈ ਸਾਰੀ ਪਾਰਟੀ ਕਵੇ ਕਿ ਰੁਲਦੂ ਸਿੰਘ ਮਾਨਸਾ ਨੂੰ ਅਸੀਂ ਉੱਥੋਂ ਲੜਾਵਾਂਗੇ, ਇਹ ਠੀਕ ਗੱਲ ਹੈ ਔਰ ਉਹਨਾਂ ਦਾ ਕੱਦ ਵੀ ਇਸ ਤਰ੍ਹਾਂ ਦਾ ਹੈਗਾ। ਸੋ ਇਸ ਤਰ੍ਹਾਂ ਹੀ ਜਿਹੜੇ ਇਹਨਾਂ ਦੇ 22-23 ਜਥੇਬੰਦੀਆਂ ਦੇ ਪ੍ਰਧਾਨ ਨੇ, ਉਹਨਾਂ 'ਚ ਕੁਛ ਬੰਦੇ ਇਹੋ ਜਿਹੇ ਨੇ ਜਿਨ੍ਹਾਂ ਕੋਲ 10 ਸੀਟਾਂ 'ਤੇ ਬੰਦੇ ਲੱਭ ਸਕਦੇ ਨੇ। ਕੁਛ ਜਥੇਬੰਦੀਆਂ ਵਿੱਚ ਇੱਦਾਂ ਦੀਆਂ ਵੀ ਨੇ ਜਿਨ੍ਹਾਂ ਦਾ ਆਧਾਰ ਓਨਾ ਨਹੀਂ ਹੈ, ਹੋ ਸਕਦਾ ਉਹਨੂੰ 1 ਜਾਂ 2 ਟਿਕਟਾਂ ਵੀ ਦੇਣੀਆਂ ਪੈਣ, ਬਸ ਇੱਥੇ ਉਹਨਾਂ ਦੀ ਸੀਮਾ ਹੋਵੇ। ਪਰੰਤੂ ਉਹਦੇ ਲਈ ਕ੍ਰਾਈਟੇਰੀਆ ਕੀ ਬਣੂਗਾ, ਇਹ ਹਾਲੇ ਇੱਕ ਚੈਲੰਜ ਹੈ। ਇਹ ਤਾਂ ਹੈਗੇ, ਇਹ ਪਤਾ ਲੱਗੂਗਾ ਉਦੋਂ ਜਦੋਂ ਇਹ ਫਾਈਨਲ ਜਾ ਕੇ ਲਿਸਟ ਆ ਜਾਂਦੀ ਹੈ। ਦੂਜਾ ਇਹ ਹੈ, ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ 35 ਜਿਹੜੀਆਂ ਰਿਜ਼ਰਵ ਸੀਟਾਂ ਨੇ, ਉੱਥੇ ਰਿਜ਼ਰਵ ਬੰਦੇ ਲੈ ਕੇ ਆਉਣੇ। ਉਹ ਲੱਗਦਾ ਰਿਹਾ ਕੱਲ੍ਹ ਪਰਸੋਂ ਦਾ ਵੱਡੇ ਨੇਤਾਵਾਂ ਨੇ, ਰਾਜੇਵਾਲ ਸਾਹਿਬ ਨੇ ਵੀ ਇਹ ਗੱਲ ਕਿਹਾ, ਰੁਲਦੂ ਸਿੰਘ ਮਾਨਸਾ ਵੀ ਇਹ ਗੱਲ ਕਹਿੰਦੇ ਨੇ ਕਿ ਅਸੀਂ ਕਈ ਕਿਸਮ ਦੀਆਂ ਪੱਲੇਦਾਰ ਯੂਨੀਅਨਸ, ਮਜ਼ਦੂਰ ਯੂਨੀਅਨਸ ਜਾਂ ਜਿਹੜੀਆਂ ਹੋਰ ਜਿਹੜੀਆਂ ਆਪਾਂ ਕਹੀਏ SC BC ਇਹਨਾਂ ਸੰਬੰਧੀ ਤਰੱਕੀ ਸੰਬੰਧੀ ਯੂਨੀਅਨਸ, ਜਿਹੜੀਆਂ ਇਹਨਾਂ ਦੀ ਵਿਕਾਸ ਲਈ ਯੂਨੀਅਨਸ ਕੰਮ ਕਰ ਰਹੀਆਂ ਨੇ, ਮੁਲਾਜ਼ਮ ਜਥੇਬੰਦੀਆਂ ਰਾਦਰ, ਕਿ ਉਹਨਾਂ ਦੇ ਵਿੱਚੋਂ ਅਸੀਂ ਦੇਖ ਰਹੇ ਹਾਂ ਇਮਾਨਦਾਰ ਤੇ ਅੱਛੀ ਛਵੀ ਵਾਲੇ ਲੋਕਾਂ ਨੂੰ ਲੈ ਕੇ ਅਸੀਂ ਉੱਥੇ ਆਵਾਂਗੇ। ਪਰੰਤੂ ਇਹ ਹੁਣ ਆਉਣ 'ਤੇ ਪਤਾ ਲੱਗੇਗਾ ਕਿ ਉੱਥੋਂ ਕਿਸ ਤਰ੍ਹਾਂ ਦੇ ਲੋਕ ਇਹਨਾਂ ਨਾਲ ਆਉਂਦੇ ਨੇ, ਨਹੀਂ ਆਉਂਦੇ, ਕਿੰਨੇ ਕੁ ਆਉਂਦੇ ਨੇ ਜੀ। ਜੇ ਆਉਂਦੇ ਨੇ ਉਹ ਕਿੰਨੇ ਪ੍ਰਭਾਵ ਵਾਲੇ ਆਉਂਦੇ ਨੇ। ਜੀ ਧਾਲੀਵਾਲ ਸਾਹਿਬ, ਮੇਰਾ ਇੱਕ ਸਵਾਲ ਹੈ, ਜਦੋਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਜਾਂ ਜਦੋਂ ਸਮਾਪਤ ਹੋਇਆ ਸੀ, ਉਦੋਂ ਬੜਾ ਨਾ ਤਗੜਾ ਇੱਕ ਹੁੰਗਾਰਾ ਸੀ ਲੋਕਾਂ ਦਾ, ਬੇਮਿਸਾਲ ਸੀ ਉਹ। ਤੇ ਕਿਸਾਨ ਆਗੂਆਂ ਨੂੰ ਚਲੋ ਆਹ ਗੱਲ ਤਾਂ ਹੁੰਦੀ ਹੋਇਆ ਨਾ ਕਿ ਉਸ ਪੱਧਰ ਦਾ ਹੀ ਸਾਨੂੰ ਸਮਰਥਨ ਮਿਲੂਗਾ ਜਦੋਂ ਅਸੀਂ ਰਾਜਨੀਤੀ 'ਚ ਪਿੜ 'ਚ ਕੁੱਦਾਂਗੇ ਜੀ। ਉਸ ਲੈਵਲ ਦਾ ਸਮਰਥਨ ਨਾ ਮਿਲਣ ਦੇ ਕੀ ਕਾਰਨ ਨੇ? ਕੀ ਜੋ ਸਾਡਾ ਪੋਲੀਟੀਕਲ ਸਿਸਟਮ ਹੈ ਜਾਂ ਰਵਾਇਤੀ ਪਾਰਟੀਆਂ ਨੇ, ਸਿਆਸੀ ਪਾਰਟੀਆਂ ਨੇ, ਕਿ ਐਡੇ ਕਾਡਰ ਮਜ਼ਬੂਤ ਨੇ ਕਿ ਕਿਸਾਨੀ ਅੰਦੋਲਨ 'ਚ ਉਹਨਾਂ ਹੀ ਆਗੂਆਂ ਨੂੰ, ਇਹਨਾਂ ਹੀ ਲੋਕਾਂ ਦਾ ਐਡਾ ਵੱਡਾ ਹੁੰਗਾਰਾ ਸੀ, ਪੋਲੀਟੀਕਲ ਲਾਈਨ 'ਚ ਨਹੀਂ ਹੈਗਾ? ਇਹਦੇ ਇੱਕ ਕਾਰਨ ਤਾਂ ਸਭ ਤੋਂ ਵੱਡਾ ਇਹਦਾ ਕਾਰਨ ਇਹ ਹੈ ਕਿ ਜਿਨ੍ਹਾਂ ਜਥੇਬੰਦੀਆਂ ਦਾ ਵੱਡਾ ਆਧਾਰ ਸੀ, ਜਿਹਦੇ ਵਿੱਚ ਇਹ ਸਮਝਿਆ ਜਾਂਦਾ ਹੈ ਇਹਨਾਂ ਦਾ ਵੀ ਵੱਡਾ ਆਧਾਰ ਸੀ, ਪਰ ਇਹਨਾਂ ਤੋਂ ਬਿਨਾਂ ਉਹ ਜਥੇਬੰਦੀਆਂ ਦੀ ਗੱਲ ਕਰਦਾ ਮੈਂ ਜਿਹੜੀਆਂ ਇਲੈਕਸ਼ਨ ਵਿੱਚ ਪਾਰਟਿਸਿਪੇਟ ਨਹੀਂ ਕਰ ਰਹੀਆਂ। ਉਹਨਾਂ ਦੇ ਵਿੱਚ ਸਿੱਧੂਪੁਰ ਤੇ ਆਪਣੀ ਉਗਰਾਹਾਂ। ਅੱਛਾ, ਜੇ ਇਹਨਾਂ ਦਾ ਆਧਾਰ ਵੱਡਾ ਸੀ ਤਾਂ ਕੁਦਰਤੀ ਹੈ ਜਿਹੜੇ ਸਰਗਰਮ ਦਿਖਾਈ ਦਿੰਦੇ ਸੀ ਲੀਡਰ, ਉਹ ਵੀ ਇਹਨਾਂ ਦੇ ਹੋਣਗੇ, ਜਿਵੇਂ ਲੱਖੋਵਾਲ ਜਾਂ ਫਿਰ ਹਰਮੀਤ। ਮੈਂ ਉਹੀ ਕਹਿਣਾ ਨਾ ਕਿ ਉਹ ਜਦੋਂ ਪਿੱਛੇ ਹਟ ਗਏ, ਮਤਲਬ ਜਿਵੇਂ ਲੱਖੋਵਾਲ ਦੀ ਤੁਸੀਂ ਕਹਿੰਦੇ ਹੋ, ਕਾਦੀਆਂ ਦੀ ਗੱਲ ਕਹਿੰਦੇ ਹੋ, ਉਹ ਉੱਥੇ ਦਿਖਾਈ ਦੇ ਰਹੇ ਹੁੰਦੇ ਸੀ। ਬੂਟਾ ਸਿੰਘ ਬੁਰਜਗਿੱਲ ਉੱਥੇ ਦਿਖਾਈ ਦਿੰਦਾ ਸੀ ਹਰ ਗੱਲ 'ਚ। ਜਦੋਂ ਪਿੱਛੇ ਹਟ ਜਾਂਦੇ ਨੇ ਤਾਂ ਉਸ ਤੋਂ ਬਿਨਾਂ ਜਿਹੜਾ ਸੈਕੰਡ ਲਾਈਨ ਦਾ ਕਾਡਰ ਹੈ, ਜਿਹੜੇ ਆਪ ਮੁਹਾਰੇ ਪਾਰਟਿਸਿਪੇਟ ਕਰ ਰਹੇ ਸੀ, ਉਹਨਾਂ ਨੂੰ ਇਹ ਲੱਗਦਾ ਨਹੀਂ ਕਿ ਸਾਡੇ 'ਚ ਉਸ ਤਰ੍ਹਾਂ ਦਾ ਲੈਵਲ ਹੈ ਜਾਂ ਸਾਨੂੰ ਟਿਕਟ ਮਿਲ ਜੂਗੀ ਜਾਂ ਅਸੀਂ ਲੜ ਸਕਦੇ ਹਾਂ। ਉਹ ਇਸ ਕਰਕੇ ਇੱਕਦਮ ਉਹ ਮੂਹਰੇ ਨਹੀਂ ਆ ਰਹੇ। ਮੈਨੂੰ ਇਹ ਲੱਗਦਾ ਕਿ ਇਹ ਕਹਿਣਾ ਹਾਲ ਦੀ ਘੜੀ, ਇਹ ਕਹਿਣਾ ਮੁਲਾਂਕਣ ਤੋਂ ਦੂਰ ਹੋਏਗਾ ਕਿ ਉਹਨਾਂ ਨੂੰ ਸਮਰਥਨ ਨਹੀਂ ਮਿਲ ਰਿਹਾ। ਮੇਰੀ ਜਾਣਕਾਰੀ ਮੁਤਾਬਕ ਇਹ ਸਮਰਥਨ ਦਾ ਸਹੀ ਜੱਜਮੈਂਟ ਉਦੋਂ ਹੋ ਜਾਊਗਾ ਜਦੋਂ ਕੈਂਡੀਡੇਟ ਅਨਾਊਂਸ ਹੋ ਜਾਂਦੇ ਨੇ। ਮਤਲਬ ਹਾਲੇ ਮੰਨ ਲਓ ਆਪਾਂ ਕਿਤੋਂ ਵੀ ਕਹੀਏ, ਚਾਹੇ ਉਹ ਘਨੌਰ ਤੋਂ ਕਹੀਏ, ਸਨੌਰ ਤੋਂ ਕਹੀਏ, ਜਿੰਨੀ ਦੇਰ ਕੋਈ ਕੈਂਡੀਡੇਟ ਹੀ ਨਹੀਂ ਸਾਹਮਣੇ ਆਇਆ ਜੀ, ਲੋਕ ਕਿਹਦੇ ਨਾਲ ਤੁਰਨ? ਜਿਹੜੇ ਆਪ ਮੁਹਾਰੇ ਲੋਕ ਤੁਰੇ ਸੀ, ਹਾਲੇ ਕਿਤੇ ਇਹ ਵੀ ਦਿਖਾਈ ਨਹੀਂ ਦੇ ਰਿਹਾ ਕਿ ਜਿਹੜੇ ਲੋਕ ਕਿਸਾਨ ਅੰਦੋਲਨ 'ਚ ਉੱਥੇ ਗਏ ਸੀ ਆਪ ਮੁਹਾਰੇ, ਮੈਂ ਨਹੀਂ ਕਿਸੇ ਦੇ ਮਤਲਬ ਵੱਲੋਂ ਇਹ ਪੜ੍ਹਿਆ ਕਿ ਉਹ ਲੋਕ ਅਕਾਲੀ ਦਲ ਨਾਲ ਵੀ ਤੁਰ ਪਏ,
ਉਹ ਲੋਕ ਕਾਂਗਰਸ ਨਾਲ ਤੁਰ ਪਏ ਜਿੱਥੇ ਕੈਂਡੀਡੇਟ ਕਲੀਅਰ ਨੇ। ਫਿਰ ਇਹਦਾ ਮਤਲਬ ਹਾਲੇ ਉਹ ਲੋਕ ਚੁੱਪ ਬੈਠੇ ਨੇ, ਇਹਦੇ ਅਰਥ ਇਹੀ ਕੱਢੀਏ। ਫਿਰ ਇਸ ਕਰਕੇ ਇਹ ਅਰਥ ਅੱਜ ਹੀ ਕੱਢ ਲੈਣਾ ਕਿ ਉਹਨਾਂ ਨੂੰ ਓਨਾ ਸਮਰਥਨ ਨਹੀਂ ਮਿਲਦਾ, ਮੈਨੂੰ ਲੱਗਦਾ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਹੋਏਗੀ। ਇਹ ਜਿਹੜਾ ਸਮਰਥਨ ਦਾ ਪਤਾ ਉਦੋਂ ਲੱਗੇਗਾ ਜਦੋਂ ਕਿਸਾਨਾਂ ਵੱਲੋਂ ਤਿਆਰ ਕੀਤਾ ਗਿਆ ਜਿਹੜਾ ਇਹ ਸਮਾਜ ਸੰਘਰਸ਼ ਮੋਰਚਾ ਜਾਂ ਸਮਾਜ ਮੋਰਚਾ ਜਾਂ ਸੰਘਰਸ਼ ਮੋਰਚਾ, ਇਹਦਾ ਨਾਂ ਕੀ ਰੱਖਦੇ ਨੇ, ਇਸ ਮੋਰਚੇ ਦੇ ਵਿੱਚ ਜਦੋਂ ਉਹਨਾਂ ਨੇ ਕੈਂਡੀਡੇਟ ਅਨਾਉਂਸ ਕਰਤੇ, ਉਹਨਾਂ ਨਾਲ ਉਹ ਲੋਕ ਤੁਰਦੇ ਨੇ, ਨਹੀਂ ਤੁਰਦੇ। ਇਸੇ ਤਰ੍ਹਾਂ ਜਿਹੜੀਆਂ ਵੱਡੀਆਂ ਜਥੇਬੰਦੀਆਂ ਦੀ ਆਪਾਂ ਗੱਲ ਕੀਤੀ ਹੈ, ਉਹਨਾਂ ਨੇ ਓਪਨਲੀ ਇਹ ਕਹਿਤਾ ਹੈ ਕਿ ਸਾਡੇ ਹੇਠਲੇ ਕਾਡਰ ਨੂੰ, ਵੋਟਰ ਨੂੰ ਅਸੀਂ ਕੰਪੈਲ ਨਹੀਂ ਕਰਾਂਗੇ ਕਿ ਤੁਸੀਂ ਵੋਟ ਕਿਹਨੂੰ ਪਾਉਣੀ ਹੈ। ਉਹ ਉਦੋਂ ਦੇਖਿਆ ਜਾਏਗਾ ਕਿ ਉਹਨਾਂ ਦੇ ਉਹ ਲੋਕ ਕਿਹਦੇ ਨਾਲ ਤੁਰਦੇ ਨੇ, ਕਿਸਾਨਾਂ ਨਾਲ ਤੁਰਦੇ ਨੇ, ਕਿਸੇ ਨਾਲ ਵੀ ਨਹੀਂ ਤੁਰਦੇ, ਅਕਾਲੀਆਂ ਨਾਲ ਤੁਰਦੇ ਨੇ, ਕਾਂਗਰਸ ਨਾਲ ਤੁਰਦੇ ਨੇ, ਜਾਂ ਕਿਸੇ ਹੋਰ ਨਾਲ। ਇਸ ਕਰਕੇ ਅੱਜ ਇਹ ਸਾਰੇ ਨਤੀਜੇ ਦੇ ਕਿਸੇ ਸਿੱਟੇ ਤੇ ਪਹੁੰਚਣਾ ਮੇਰੇ ਮੁਤਾਬਕ ਇਹ ਕਾਫੀ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਹਾਂ, ਕਿਸਾਨਾਂ ਨੇ ਜ਼ਰੂਰ ਕਿਹਾ, ਔਰ ਕਿਸਾਨਾਂ ਦੀ ਪੋਜੀਸ਼ਨ ਸਿਧਾਂਤਕ ਤੌਰ ਤੇ ਵੋਟਰ ਵਾਲੇ ਐਂਗਲ ਤੋਂ ਜਾਂ ਸਮਰਥਨ ਵਾਲੇ ਐਂਗਲ ਤੋਂ ਮੈਂ ਹਲੇ ਨਹੀਂ ਲੈ ਰਿਹਾ ਕਿ ਜਿਹੜਾ ਕਿਸਾਨਾਂ ਨੇ ਜਦੋਂ ਅਨਾਉਂਸ ਕੀਤਾ ਸੀ, ਇਹ ਲੱਗ ਰਿਹਾ ਸੀ ਕਿ ਇਹਨਾਂ ਦਾ ਭਾਰੀ ਵਿਰੋਧ ਨਾ ਹੋ ਜਾਵੇ ਆਪਦੀਆਂ ਪਾਰਟੀਆਂ ਚੋਂ। ਉਹ ਵਿਰੋਧ ਨੂੰ ਘਟਾਉਣ 'ਚ ਇਹ ਜਿਹੜਾ ਆਪਾਂ ਕਹੀਏ ਮੋਰਚਾ ਹੈ, ਸੰਘਰਸ਼ ਮੋਰਚਾ, ਸਮਾਜ ਮੋਰਚਾ, ਇਹ ਕਾਮਯਾਬ ਹੋਇਆ। ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਪਾਰਟੀਆਂ ਇਹਨਾਂ ਦੇ ਨਾਲ ਨਹੀਂ ਆ ਰਹੀਆਂ, ਉਹਨਾਂ ਨੇ ਬਾਰ-ਬਾਰ ਇਹ ਕਿਹਾ ਕਿ ਇਹਨਾਂ ਦਾ ਅਸੀਂ ਵਿਰੋਧ ਵੀ ਨਹੀਂ ਕਰਦੇ। ਇਹਦਾ ਮਤਲਬ ਕਿਸੇ ਹੱਦ ਤੱਕ ਉਹਨਾਂ ਨੂੰ ਇਹਨਾਂ ਨੇ ਮਾਈਲਡ ਕੀਤਾ, ਨਿਊਟਰਲ ਕੀਤਾ। ਉਹਨਾਂ ਦਾ ਜਿਹੜਾ ਤਿੱਖਾ ਵਿਰੋਧ ਸੀ ਉਹਨੂੰ ਇਹਨਾਂ ਨੇ ਘਟਾ ਲਿਆ। ਸੋ ਇਸ ਕਰਕੇ ਅੱਜ ਸਾਰੇ ਕਾਸੇ ਤੇ ਬਿਲਕੁਲ ਕਮੈਂਟ ਕਰਨਾ ਮੈਨੂੰ ਲੱਗਦਾ ਔਖਾ ਹੈ। ਜਿਵੇਂ ਮੈਂ ਪਿਛਲੀ ਇੰਟਰਵਿਊ 'ਚ ਮੈਂ ਕਿਹਾ ਸੀ 10 ਦਿਨ, ਹਲੇ ਹੋਰ ਮੇਰਾ ਖਿਆਲ 5 ਦਿਨ ਹੋਰ ਦੇਖਣੇ ਪੈਣਗੇ, ਫਿਰ ਇਹ 'ਤੇ ਕਮੈਂਟ ਕਰਨਾ ਜ਼ਿਆਦਾ ਵਾਜਬ ਹੋਏਗਾ। ਅਤੇ ਦੂਸਰਾ, ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਇਹ ਸਾਫ਼ ਕਰ ਦਿੱਤਾ ਕਿ ਅਸੀਂ ਪਾਰਟੀ ਬਣਾਉਣ ਲਈ ਕਮਿਸ਼ਨ ਨੂੰ ਲਿਖ ਚੁੱਕੇ ਹਾਂ। ਉਸ 'ਤੇ ਕਮਿਸ਼ਨ ਦਾ ਕੀ ਆਉਂਦਾ ਕੀ ਨਹੀਂ, ਇਹ ਸੱਚ ਹੈ ਕਿ ਟੈਕਨੀਕਲ ਤੌਰ 'ਤੇ ਵੀ ਸਮਰਥਨ ਮਿਲਦਾ ਨਹੀਂ ਮਿਲਦਾ ਉਹ ਤਾਂ ਬਾਅਦ ਦੀ ਗੱਲ ਹੈ। ਟੈਕਨੀਕਲ ਤੌਰ 'ਤੇ ਵੀ ਹਲੇ ਕਾਫੀ ਚੈਲੰਜ ਨੇ। ਪਾਰਟੀ ਰਜਿਸਟਰਡ ਹੁੰਦੀ ਹੈ, ਪਾਰਟੀ ਨੂੰ ਚੋਣ ਨਿਸ਼ਾਨ ਮਿਲਦਾ ਨਹੀਂ ਮਿਲਦਾ, ਇਹ ਸਾਰੀਆਂ ਗੱਲਾਂ ਦਾ ਵੋਟਰ 'ਤੇ ਵੀ, ਕੰਪੇਨ 'ਤੇ ਵੀ, ਟੋਟਲ ਇਲੈਕਸ਼ਨ 'ਤੇ ਵੀ ਇਹਦਾ ਅਸਰ ਪਏਗਾ। ਇੱਕ ਫਿਰ ਮੈਂ ਕਹਿਣਾ ਕਿ ਜੇ ਕਿਸਾਨ ਆਪਣੇ ਸਾਰੇ 117 ਹਲਕਿਆਂ 'ਚ ਲੀਡਰ ਖੜੇ ਕਰਨ 'ਚ ਕਾਮਯਾਬ ਹੋ ਜਾਂਦੇ ਨੇ, ਮੈਨੂੰ ਇਹ ਨਹੀਂ ਲੱਗਦਾ ਕਿ ਇਹ ਜਿਹੜਾ ਕਿਸਾਨ ਸੰਘਰਸ਼ ਮੋਰਚਾ ਹੋਏਗਾ ਜਾਂ ਸਮਾਜ ਮੋਰਚਾ, ਜੋ ਵੀ ਇਹਦਾ ਨਾਂ ਰੱਖ ਲੈਣ, ਜਾਂ ਪਾਰਟੀ ਹੋਏਗੀ, ਮੈਨੂੰ ਇਹ ਨਹੀਂ ਲੱਗਦਾ ਕਿ ਇਹਨਾਂ ਨੂੰ ਸਨਮਾਨਯੋਗ ਵੋਟ ਨਹੀਂ ਮਿਲੇਗੀ। ਮੈਨੂੰ ਬਿਲਕੁਲ ਇਹ ਯਕੀਨ ਹੈ ਕਿ ਇਹਨਾਂ ਨੂੰ ਸਨਮਾਨਯੋਗ ਵੋਟ ਮਿਲੇਗੀ। ਜਦੋਂ ਇਹਨਾਂ ਨੂੰ ਸਨਮਾਨਯੋਗ ਵੋਟ ਮਿਲੇਗੀ ਤਾਂ ਇਹ ਅੰਦਾਜ਼ਾ ਕੈਂਡੀਡੇਟ ਖੜੇ ਹੋਣ ਤੋਂ ਲੱਗੇਗਾ ਕਿ ਫਿਰ ਉਹ ਸਾਹਮਣੇ ਕਿਹਦਾ ਨੁਕਸਾਨ ਕਰ ਰਹੇ ਨੇ। ਜੇਕਰ ਸਾਰੇ ਇਕੱਠੇ ਹੁੰਦੇ ਫਿਰ ਦ੍ਰਿਸ਼ ਕੀ ਬਣਦਾ? ਜੇ ਸਾਰੇ ਇਕੱਠੇ ਹੁੰਦੇ ਫਿਰ ਮੇਰੇ ਖਿਆਲ ਮੁਤਾਬਕ ਕੋਈ ਰੌਲਾ ਹੀ ਨਹੀਂ ਸੀ, ਫਿਰ ਇੱਕ ਲਹਿਰ ਬਣਨੀ ਸੀ। ਮਤਲਬ ਇਹ ਇਹਨਾਂ ਦੀ ਇਕਜੁੱਟ ਨਾ ਹੋਣ ਕਰਕੇ, ਔਰ ਜਿਹੜਾ ਮੁੱਢਲੇ ਲੈਵਲ 'ਤੇ ਉਗਰਾਹਾਂ ਹੋਣਾ ਨੇ ਇਹਨਾਂ ਨੂੰ ਰੋਕਿਆ। ਮੈਂ ਤਾਂ ਕਹਿਣਾ ਕਿ ਜਦੋਂ ਉਹਨਾਂ ਨੇ ਓਪਨਲੀ ਬਿਆਨ ਦਿੱਤਾ ਕਿ ਅਸੀਂ, ਸਾਡੇ ਲਈ ਤਾਂ ਸੀਐਮ ਜਿਹੜਾ ਮਰਜ਼ੀ ਹੋਵੇ, ਅਸੀਂ ਤਾਂ ਉਹਦਾ ਵਿਰੋਧ ਕਰਾਂਗੇ, ਜਿਹੜੀ ਪਾਰਟੀ ਜਿੱਤ ਕੇ ਆਊਗੀ ਅਸੀਂ ਵਿਰੋਧ ਕਰਾਂਗੇ। ਅੱਜ ਬਲਕਿ ਉਹਨਾਂ ਨੇ ਇੱਕ ਕਾਨਫਰੰਸ ਕਰਕੇ, ਗੁਰਾਹਾਂ ਵਾਲਿਆਂ ਨੇ ਦੇਖਿਆ, ਕਲਿੱਪਸ ਆਏ ਨੇ, ਕੱਲ ਕੀਤੀ ਹੈ ਜਾਂ ਅੱਜ, ਉਹ ਕੱਲ ਕੀਤੀ ਹੈ, ਉਹਦੇ ਵਿੱਚੋਂ ਦਿਖਾਈ ਦੇ ਰਿਹਾ ਹੈ ਕਿ ਉਹਨਾਂ ਨੇ ਕਿਹਾ, ਕਾਰਨ ਦੱਸੇ ਨੇ ਕਿ ਅਸੀਂ ਇੰਨਾ ਗੱਲਾਂ ਕਰਕੇ ਵਿਰੋਧ ਕਰਦੇ ਹਾਂ। ਉਹ ਗੱਲਾਂ ਦੇ ਵਿੱਚ ਹਾਲੇ ਇਹ ਫਿੱਟ ਨਹੀਂ ਹੁੰਦੇ ਕਿਤੇ। ਸੋ ਇਸ ਕਰਕੇ ਉਹਨਾਂ ਨੇ ਕਲੀਅਰ ਕਰਤਾ ਵੀ ਅਸੀਂ ਇਹਨਾਂ ਦਾ ਤਿੱਖਾ ਵਿਰੋਧ ਨਹੀਂ ਕਰਾਂਗੇ। ਸਭ ਤੋਂ ਤਿੱਖਾ ਵਿਰੋਧ ਇਸ ਇਲੈਕਸ਼ਨ 'ਚ ਪੰਜਾਬ ਦੇ ਵਿੱਚ ਹੋਏਗਾ ਬੀਜੇਪੀ ਦਾ। ਉਸ ਤੋਂ ਬਾਅਦ ਜੇ ਤਿੱਖਾ ਵਿਰੋਧ ਹੋਏਗਾ, ਉਹ ਹੋਏਗਾ ਅਕਾਲੀ ਦਲ ਦਾ। ਬਾਕੀ ਪਾਰਟੀਆਂ ਦਾ ਮੇਰੇ ਮੁਤਾਬਕ ਉਹਨਾਂ ਤਿੱਖਾ ਵਿਰੋਧ ਕਿਸਾਨਾਂ ਵੱਲੋਂ ਨਹੀਂ ਹੋਏਗਾ। ਸੋ ਇਸੇ ਕਰਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਇਸ ਸਮਾਜ ਸੰਘਰਸ਼ ਮੋਰਚਾ ਜਿਹੜਾ, ਜਾਂ ਕਿਸਾਨ ਸੰਘਰਸ਼ ਮੋਰਚਾ, ਸਮਾਜ ਮੋਰਚਾ, ਜੋ ਵੀ ਇਹਦਾ ਨਾਂ ਰੱਖਣਗੇ, ਜਾਂ ਪਾਰਟੀ, ਇਹਦਾ ਮੈਨੂੰ ਅੱਜ ਦੀ ਘੜੀ ਇਹ ਲੱਗਦਾ ਹੈ ਕਿ ਇਸ ਦਾ ਜੋ ਦਿਖਾਈ ਦੇ ਰਿਹਾ ਹੈ, ਇਹ ਨੁਕਸਾਨ ਬੀਜੇਪੀ ਨੂੰ, ਅਕਾਲੀ ਦਲ ਨੂੰ ਹੋਏਗਾ। ਪਰੰਤੂ ਜਦੋਂ ਇਹਨਾਂ ਦਾ ਮੁਕਾਬਲਾ ਹੋਏਗਾ
ਜੋ ਅੱਜ ਦੀ ਸਥਿਤੀ ਇਹ ਹੈ ਕਿ ਮੁਕਾਬਲਾ ਹੋਏਗਾ ਕਾਂਗਰਸ ਦਾ ਤੇ ਆਮ ਆਦਮੀ ਪਾਰਟੀ ਦਾ। ਜੇ ਕਿਸਾਨ ਸੰਘਰਸ਼ ਮੋਰਚਾ ਫੇਰ ਜ਼ੋਰਾਂ ਨਾਲ ਇੱਥੇ ਅੜ ਜਾਂਦਾ ਹੈ, ਮੈਨੂੰ ਲੱਗ ਰਿਹਾ ਕਿ ਉਹ ਵੱਧ ਨੁਕਸਾਨ ਇਹਨਾਂ ਦੋਨਾਂ ਚੋਂ ਫੇਰ ਆਮ ਆਦਮੀ ਪਾਰਟੀ ਦਾ ਕਰੇਗਾ। ਉਹਦੇ ਵਿੱਚ ਇਹ ਲੱਗ ਰਿਹਾ ਕਿ ਆਮ ਆਦਮੀ ਪਾਰਟੀ ਦੀ ਹਲੇ ਕੁਝ ਅਖਬਾਰਾਂ ਵੱਲੋਂ ਕਾਂਗਰਸ ਦੇ ਬਰਾਬਰ ਦੀ ਚੜ੍ਹਤ ਦਿਖਾਈ ਦੇ ਰਹੀ ਹੈ ਕਿ ਦੋਨੇ ਪਾਰਟੀਆਂ ਸਰਵੇ ਜਿਹੜੇ ਆਏ ਨੇ, ਕਈ ਵਾਰੀ ਉਹ ਸਰਵਿਆਂ 'ਚ ਮੈਂ ਤਾਂ ਔਖਾ ਹੀ ਵਿਸ਼ਵਾਸ ਕਰਦਾ, ਕਿਉਂਕਿ ਉਹਨਾਂ ਦੀ ਮੈਥਡੋਲੋਜੀ ਬੜੀ ਅਜੀਬ ਹੈ ਔਰ ਉਹ ਦੱਸਦੇ ਨਹੀਂ ਕਿ ਸਾਡੀ ਮੈਥਡੋਲੋਜੀ ਹੈ ਕੀ, ਸਿਰਫ ਪਰਸੈਂਟੇਜ ਕੱਢ ਕੇ ਦੱਸ ਦਿੰਦੇ ਨੇ। ਉਹਨਾਂ 'ਚ ਮੈਨੂਪੂਲੇਸ਼ਨ ਵੀ ਹੁੰਦੀ ਹੋਏਗੀ, ਪਰੰਤੂ ਆਮ ਲੋਕਾਂ ਤੋਂ ਵੀ ਲੱਗ ਰਿਹਾ ਹੈ ਕਿ ਇਹ ਪਾਰਟੀਆਂ ਦੇ ਵਿੱਚ ਜਿਹੜੀ ਅਜੇ ਟੱਕਰ ਦਿਖਾਈ ਦੇ ਰਹੀ ਹੈ। ਇਹਦਾ ਮਤਲਬ ਇਹ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਅਕਾਲੀ ਦਲ ਟੱਕਰ 'ਚ ਨਹੀਂ ਹੈ, ਪਰ ਇਹਨਾਂ ਨਾਲੋਂ ਅਕਾਲੀ ਦਲ 5% 4% ਕਿਤੇ ਪਿੱਛੇ ਹੈ, ਠੀਕ ਹੈ ਨਾ। ਸੋ ਉਸ ਐਂਗਲ ਤੋਂ ਜਦੋਂ ਆਪਾਂ ਕਹਿੰਦੇ ਹਾਂ ਅਕਾਲੀ ਦਲ ਵੀ ਟੱਕਰ 'ਚ ਹੈ, ਸੋ ਤਿੰਨ ਪਾਰਟੀਆਂ ਕਲੀਅਰਲੀ ਟੱਕਰ 'ਚ ਜੇ ਹੋ ਰਹੀਆਂ ਨੇ, ਤੇ ਜੇ ਚੌਥੀ ਪਾਰਟੀ ਸਨਮਾਨਯੋਗ ਵੋਟ ਲਿਜਾਂਦੀ ਹੈ ਤਾਂ ਜ਼ਰੂਰ ਦੇਖਣਾ ਪਊਗਾ ਇਹਨਾਂ ਤਿੰਨਾਂ 'ਚ ਉਹ ਵੱਡਾ ਨੁਕਸਾਨ ਕਿਹਨੂੰ ਕਰਦੀ ਹੈ, ਘੱਟ ਕਿਹਨੂੰ ਕਰਦੀ ਹੈ। ਇਹ ਉਸ ਤੋਂ ਬਾਅਦ ਦੀ ਗੱਲ ਹੈ, ਹੁਲਾਰਾ ਮਿਲੇ ਤੋਂ ਪਤਾ ਲੱਗੂਗਾ ਕਿ ਉਹ ਜਿੱਤ ਦੇ ਕਿੰਨੇ ਨੇੜੇ ਨੇ, ਕੀ ਹੋ ਸਕਦਾ ਕੀ ਨਹੀਂ। ਜਿਵੇਂ ਆਮ ਆਦਮੀ ਪਾਰਟੀ ਨਾਲ ਗੱਲ ਚੱਲਦੀ ਸੀ, ਬਲਵੀਰ ਸਿੰਘ ਰਾਜੇਵਾਲ ਵੀ ਗੱਲ ਮੰਨੀ ਕਿ ਸਾਡੇ ਆਮ ਆਦਮੀ ਪਾਰਟੀ ਨਾਲ ਗੱਲ ਚੱਲਦੀ ਹੈ। ਬਾਅਦ ਦੇ ਵਿੱਚ ਰਾਜੇਵਾਲ ਸਾਹਿਬ ਦਾ ਇਹ ਕਹਿਣਾ ਕਿ ਆਮ ਆਦਮੀ ਪਾਰਟੀ ਤਾਂ ਪੈਸੇ ਲੈ ਕੇ ਟਿਕਟਾਂ ਵੇਚਦੇ ਨੇ, ਸਾਡੇ ਕੋਲ ਸਬੂਤ ਵੀ ਹੈਗਾ। ਇਹਨੂੰ ਮੈਂ ਇਹ ਸਮਝਦਾ ਕਿ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦੇ ਦੋਸ਼ ਅਕਸਰ ਲਾਏ ਜਾਂਦੇ ਨੇ, ਚੋਣਾਂ ਦੇ ਦਿਨਾਂ ਵਿੱਚ ਉਸ ਤੋਂ ਵੀ ਵੱਧ ਲਾਏ ਜਾਂਦੇ ਨੇ। ਇਹ ਤਾਂ ਮਤਲਬ ਮੈਂ ਨਹੀਂ ਕਹਿ ਸਕਦਾ ਕਿ ਰਾਜੇਵਾਲ ਸਾਹਿਬ ਕੀ ਕਹਿੰਦੇ ਨੇ, ਪਰ ਜੇ ਉਹ ਇਹ ਕਹਿੰਦੇ ਨੇ ਤਾਂ ਫਿਰ ਗੱਲ ਕਿਉਂ ਚੱਲ ਰਹੀ ਸੀ, ਤਾਂ ਫਿਰ ਪਹਿਲਾਂ ਹੀ ਕਲੀਅਰ ਕਰ ਦਿੰਦੇ। ਇਹ ਤਾਂ ਪਿਛਲੀਆਂ ਇਲੈਕਸ਼ਨਾਂ 'ਚ ਵੀ ਇਹੋ ਜਿਹੇ ਦੋਸ਼ ਲੱਗੇ ਨੇ ਉਹਨਾਂ ਦੇ। ਸੋ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਜਿਹੜੀ ਪਾਰਟੀ ਨਾਲ ਨਹੀਂ ਹੁੰਦਾ, ਦੇਖੋ ਤੁਹਾਡੇ ਸਾਹਮਣੇ ਹੈ ਦੋਨੇ ਪਾਰਟੀਆਂ ਦੇ ਲੀਡਰ ਜਦੋਂ ਇਹ ਕਹਿੰਦੇ ਹੁੰਦੇ ਸੀ, ਦੂਜੀਆਂ ਹੋਰ ਦੋ ਪਾਰਟੀਆਂ ਦੇ ਜਿਨ੍ਹਾਂ ਦਾ 9 ਮਾਸ ਦਾ ਰਿਸ਼ਤਾ ਸੀ, ਤੇ ਅੱਜ ਤੁਹਾਡੇ ਸਾਹਮਣੇ ਆ ਉਹਨਾਂ ਦਾ ਕੀ ਹਾਲ ਹੈ। ਹੁਣ ਉਹ ਕਹਿੰਦੇ ਵੀ ਮਤਲਬ ਸਿੱਖੀ ਦੇ ਸਭ ਤੋਂ ਘਾਣ ਇਹਨਾਂ ਨੇ ਕੀਤਾ ਹੈ, ਬਲਕਿ ਬੀਜੇਪੀ ਅਕਾਲੀ ਦਲ ਨੂੰ ਕਹਿ ਰਹੀ ਹੈ ਕਿ ਸਿੱਖੀ ਦਾ ਘਾਣ ਸਭ ਤੋਂ ਵੱਧ ਅਕਾਲੀ ਦਲ ਨੇ ਕੀਤਾ ਹੈ। ਇਸ ਕਰਕੇ ਮਤਲਬ ਇਸ ਗੱਲ 'ਚ ਨਹੀਂ ਮੈਂ ਪੈਂਦਾ, ਪਰੰਤੂ ਇਹ ਜ਼ਰੂਰ ਹੈ ਕਿ ਜੇਕਰ ਆਮ ਆਦਮੀ ਪਾਰਟੀ ਤੇ ਕਿਸਾਨ ਸੰਘਰਸ਼ ਮੋਰਚੇ ਦਾ ਸਮਝੌਤਾ ਹੋਇਆ ਹੁੰਦਾ ਤਾਂ ਕੋਈ ਚੈਲੰਜ ਹੀ ਨਹੀਂ ਸੀ, ਪਰੰਤੂ ਉਹ ਸਮਝੌਤਾ ਹੋਣਾ ਇਸ ਕਰਕੇ ਮੁਸ਼ਕਲ ਹੋਇਆ ਕਿ ਮੇਰੇ ਖਿਆਲ ਮੁਤਾਬਕ ਕਿ ਜਿਹੜੀ ਪ੍ਰਪੋਰਸ਼ਨੇਟਲੀ ਸੀਟਾਂ ਦਾ ਦੇਣ ਲੈਣ ਸੀ ਜਿਹੜਾ, ਉਹ ਠੀਕ ਤਰੀਕੇ ਨਾਲ ਐਕਸੈਪਟੇਬਲ ਨਹੀਂ ਹੋਇਆ। ਕਿਉਂਕਿ ਆਪ ਨੇ ਤਾਂ ਸਾਰੀਆਂ ਅਨਾਉਂਸ ਕਰਤੀਆਂ, ਉਹ ਅਨਾਉਂਸ ਤਾਂ ਚਲੋ ਕਰਤੀਆਂ, ਅਨਾਉਂਸ ਤਾਂ ਇਹ ਹੁੰਦਾ ਨਾ ਕਿ ਆਪ ਨੇ ਆਪਦੀ ਸਟ੍ਰੈਟਜੀ ਲਗਾਈ ਹੋਏਗੀ ਕਿ ਆਪਾਂ ਇਹਨਾਂ ਨੂੰ ਵੀ ਗੱਲਬਾਤ 'ਚ ਫਸਾ ਕੇ ਰੱਖੋ, ਤੇ ਸੀਟਾਂ ਜਦੋਂ ਆਪਾਂ ਬਾਰਗੇਨਿੰਗ ਕਰਦੇ ਹਾਂ ਨਾ, ਬਾਰਗੇਨਿੰਗ ਦੇ ਤਰੀਕੇ ਹੁੰਦੇ ਨੇ ਕਿ ਮੈਂ ਕਿਸੇ ਤੇ ਕਿਵੇਂ ਹਾਵੀ ਹੋਵਾਂ। ਪੰਜਾਬੀ 'ਚ ਜਿਹਨੂੰ ਕਹਿੰਦੇ ਨੇ ਪੰਗੂ ਸਾਹਿਬ, ਜੇ ਚੱਕੀ 'ਚ ਹੱਥ ਤੁਹਾਡੇ ਫਸੇ ਨੇ ਤਾਂ ਤੁਸੀਂ ਥੱਲੇ ਲੱਗੋਗੇ, ਜੇ ਚੱਕੀ 'ਚ ਹੱਥ ਮੇਰੇ ਫਸੇ ਨੇ ਤਾਂ ਮੈਂ ਥੱਲੇ ਲੱਗੂੰਗਾ। ਜਿਹੜਾ ਇਹ ਸੰਘਰਸ਼ ਮੋਰਚਾ ਹੈ, ਇਸ ਮੋਰਚੇ ਕੋਲੇ ਅਜੇ ਮਕੈਨਿਜ਼ਮ ਤਿਆਰ ਨਹੀਂ ਸੀ ਹੋਇਆ। ਇਹਨਾਂ ਨੂੰ ਆਪਣੇ ਕੈਂਡੀਡੇਟ ਸ਼ਾਂਤੀ ਕਰਨ 'ਚ ਦੇਰ ਲੱਗ ਰਹੀ ਸੀ, ਆਪਦੇ ਅੰਦੋਲਨ ਦੇ ਮਿੱਤਰਾਂ ਤੋਂ ਵਿਰੋਧ ਆ ਰਿਹਾ ਸੀ ਜਿਹੜਾ, ਉਹਨੂੰ ਸੈਟਲ ਕਰਨ 'ਚ ਦੇਰ ਲੱਗ ਗਈ। ਇਹਦਾ ਮਤਲਬ ਇਹਨਾਂ ਦੀ ਬਾਰਗੇਨਿੰਗ ਪਾਵਰ ਘਟ ਗਈ। ਇਸ ਸਮੇਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਫਟਾਫਟ ਆਪਣੇ ਕੈਂਡੀਡੇਟ ਅਨਾਉਂਸ ਕਰਕੇ ਇਹਨਾਂ ਤੇ ਦਬਾਅ ਪਾ ਲਿਆ ਕਿ ਦੇਖੋ ਇੰਨੇ ਕੈਂਡੀਡੇਟ ਤਾਂ ਅਸੀਂ ਅਨਾਉਂਸ ਕਰਤੇ, ਇਹ ਤਾਂ ਅਸੀਂ ਵਿਡਰਾ ਕਰਨਾ ਸਾਡੇ ਲਈ ਔਖਾ ਹੈ, ਕੋਈ ਇੱਕੜ ਦੁੱਕੜ ਇਹਨਾਂ 'ਚੋਂ ਕਰ ਸਕਦੇ ਹਾਂ। ਬਾਕੀ ਮੇਰਾ ਖਿਆਲ ਹੈ ਉਨੀਆਂ ਸੀਟਾਂ ਤੇ ਮੰਨਣਾ ਉਹਨਾਂ ਲਈ ਔਖਾ ਸੀ, ਇਸ ਕਰਕੇ ਉਹ ਸਮਝੌਤਾ ਮੈਨੂੰ ਜੋ ਲੱਗ ਰਿਹਾ ਉਹ ਇਸ ਕਰਕੇ ਨਹੀਂ ਹੋਇਆ। ਇਹਦੇ ਵਿੱਚ ਇਹਨੂੰ ਆਪਾਂ ਸਿਧਾਂਤਕ ਗੱਲ ਲਈਏ, ਇਹ ਮੈਨੂੰ ਇਹ ਲੱਗਦਾ ਵੀ ਔਖੀ ਗੱਲ ਹੈ ਇੱਦਾਂ ਕਹਿ ਦੇਣਾ। ਗੱਲ ਤਾਂ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਚੱਲ ਹੀ ਰਹੀ ਸੀ, ਨਹੀਂ ਸਿਰੇ ਚੜੀ ਤਾਂ ਨਹੀਂ ਚੜੀ, ਮੰਨ ਲੈਣਾ ਚਾਹੀਦਾ, ਮੈਨੂੰ ਇਹ ਲੱਗਦਾ। ਤੇ ਜਿਵੇਂ 117 ਸੀਟਾਂ ਨੇ ਜੀ, ਬੰਦੇ ਸਾਰੇ ਨਵੇਂ ਹੋਣਗੇ। ਵੈਸੇ ਦੇਖੋ ਹਜੇ ਤਾਂ ਕਲੀਅਰ ਨਹੀਂ ਕੁਝ ਵੀ ਹੈਗਾ, ਹਾਲੇ ਤਾਂ ਸਿਰਫ ਅੰਦਾਜ਼ੇ ਹੀ ਨੇ। ਅੰਦਾਜ਼ੇ ਕਿਵੇਂ ਕਿ ਤੁਹਾਡੀ ਬੋਡੀ ਲੈਂਗੁਏਜ ਤੋਂ, ਤੁਹਾਡੀ ਸਟ੍ਰੈਟਜੀ ਤੋਂ, ਤੁਹਾਡੀ ਰਣਨੀਤੀ ਤੋਂ ਅੰਦਾਜ਼ੇ ਨੇ ਕਿ 117 ਸੀਟਾਂ 'ਤੇ ਕਿਸਾਨਾਂ ਦੇ ਬੰਦੇ ਨਵੇਂ ਹੋਣਗੇ, ਜਾਂ ਫਿਰ ਐਂ ਹੁੰਦਾ ਕਿ ਕਈ ਦੂਜੀ ਪਾਰਟੀਆਂ 'ਚੋਂ ਬੰਦੇ ਲਏ ਜਾ ਸਕਦੇ ਨੇ ਕਿ ਜਿਸ ਦੇ ਜਿੱਤ ਦੇ ਅਸਾਰ ਜ਼ਿਆਦਾ ਹੁੰਦੇ ਨੇ। ਦੇਖੋ ਮੈਂ ਤੁਹਾਨੂੰ
ਇਹ ਸਾਰਾ ਕੁਝ ਪਹਿਲਾਂ ਕਹਿ ਚੁੱਕਾ, ਮੈਨੂੰ ਦੁਬਾਰਾ ਫੇਰ ਕਹਿਣਾ ਪੈ ਰਿਹਾ ਹੈ ਕਿ ਜਦੋਂ ਆਪਾਂ ਨਾ ਗੁਲਦਸਤਾ ਬਣਾਉਂਦੇ ਆ, ਗੁਲਦਸਤੇ 'ਚ ਤਰ੍ਹਾਂ ਤਰ੍ਹਾਂ ਦੇ ਫੁੱਲ ਸ਼ਿੰਗਾਰਨੇ ਪੈਂਦੇ ਨੇ। ਉਹ ਤਰ੍ਹਾਂ ਤਰ੍ਹਾਂ ਦੇ ਫੁੱਲ ਇਹੀ ਨੇ, ਸਾਡੇ ਮੁਲਕ ਦੇ ਵਿੱਚ ਜਾਤੀ, ਸਮਾਜ, ਵਰਗ, ਵਿਦਿਆਰਥੀ ਵਰਗ, ਮੁਲਾਜ਼ਮ ਵਰਗ, ਵੱਖ-ਵੱਖ ਪੜਾਅ, ਨੌਜਵਾਨ, ਬਜ਼ੁਰਗ, ਇਸਤਰੀਆਂ, ਉਹ ਸਾਰਿਆਂ ਦਾ ਮਿਸ਼ਰਣ ਅਸੀਂ ਕਰ ਸਕਦੇ ਹਾਂ ਕਿ ਨਹੀਂ? ਇਹ ਬਾਕੀ ਪਾਰਟੀਆਂ ਕੋਲ ਉਹ ਕੈਂਡੀਡੇਟ ਪਹਿਲਾਂ ਉੱਦਾਂ ਦੀ ਕੁਛ ਨਾ ਕੁਛ ਬਣਿਆ ਹੁੰਦਾ ਸਟਰਕਚਰ। ਇਸ ਮੋਰਚੇ ਕੋਲ ਇਹ ਪਹਿਲੀ ਵਾਰ ਹੈ, ਇਹਨਾਂ ਦਾ ਉਸ ਤਰ੍ਹਾਂ ਬਣਿਆ ਨਹੀਂ ਹੋਇਆ। ਮੈਨੂੰ ਇਹ ਲੱਗਦਾ ਹੈ ਕਿ ਜਿਵੇਂ ਮਰਜ਼ੀ ਕਰਨਾ ਪਵੇ, ਅਗਰ 117 ਕੈਂਡੀਡੇਟ ਦਿੰਦੇ ਨੇ ਇਹ, ਤਾਂ 117 ਦੇ ਵਿੱਚ ਕੁਛ ਨਾ ਕੁਛ, ਜੇਕਰ 30% ਦੇ ਦੇਣ ਬਹੁਤ ਵਧੀਆ, 20-15 ਇੰਨੇ % ਤਾਂ ਲੇਡੀਜ਼ ਵੀ, ਵਿਮਨ ਪ੍ਰਤੀਨਿਧਤਾ ਵੀ ਦੇਣੀ ਪਏਗੀ ਜੀ। ਤੇ ਉਸੇ ਕਿਸਮ ਨਾਲ ਮੈਂ ਪਹਿਲਾਂ ਹੀ ਕਹਿ ਚੁੱਕਿਆ ਕਿ ਜਿਹੜੀਆਂ ਰਿਜ਼ਰਵ ਸੀਟਸ ਨੇ ਉੱਥੋਂ ਕੈਂਡੀਡੇਟ ਦੇਣੇ ਹੀ ਰਿਜ਼ਰਵ ਨੇ, ਠੀਕ ਹੈ ਕਿ ਨਹੀਂ? ਉਹਨਾਂ ਲਈ ਇਸ ਕਿਸਮ ਦੀ ਐਕਸਰਸਾਈਜ਼ ਮੈਨੂੰ ਲੱਗਦਾ ਹੈ ਇਹਨਾਂ ਨੇ ਮੋਰਚੇ ਦੇ ਦੌਰਾਨ ਨਹੀਂ ਕਰ ਸਕੇ। ਰਾਜੇਵਾਲ ਨੇ ਆਪ ਕਿਹਾ ਕਿ ਮੋਰਚੇ ਦੇ ਦੌਰਾਨ ਇਹ ਗੱਲ ਚੱਲੀ ਸੀ ਕਿ ਆਉਣ ਵਾਲੇ ਸਮੇਂ ਆਪਾਂ ਇਸ ਪਾਸੇ ਰਾਜਨੀਤਿਕ ਪੱਖ ਤੇ ਕਬਜ਼ਾ ਕਰੀਏ, ਜਾਂ ਮਤਲਬ ਰਾਜਨੀਤਿਕ ਪਿੜ ਵਿੱਚ ਕੁੱਦੀਏ ਤੇ ਇਹਦੇ ਵਿੱਚ ਆਪਣਾ ਪਰਫਾਰਮ ਕਰਕੇ ਲੋਕਾਂ ਦਾ ਭਲਾ ਕਰੀਏ। ਇਹ ਗੱਲ ਤਾਂ ਹੈਗੀ ਸਹੀ, ਪਰ ਉਦੋਂ ਹਲਕਾ ਵਾਈਜ਼ ਇਹਨਾਂ ਨੇ ਉਹ ਐਕਸਰਸਾਈਜ਼ ਨਹੀਂ ਕੀਤੀ, ਕਿਉਂਕਿ ਉਦੋਂ ਇਹ ਜੋ ਇਹ ਕਹਿ ਰਹੇ ਨੇ ਕਿ ਉਸ ਸਮੇਂ ਸਾਡੇ ਲਈ ਕਿਸਾਨਾਂ ਦਾ ਜਿਹੜਾ ਅੰਦੋਲਨ ਸੀ ਉਹ ਇੱਕ ਮਾਤਰ ਮੰਜ਼ਿਲ ਸੀ, ਇਸ ਕਰਕੇ ਅਸੀਂ ਇਸ ਕੰਟਰੋਵਰਸੀ 'ਚ ਪੈਣਾ ਨਹੀਂ ਸੀ ਚਾਹੁੰਦੇ। ਪਰੰਤੂ ਹੁਣ ਇਹਦੇ ਲਈ ਸਮਾਂ ਇੰਨਾ ਘੱਟ ਬਚਿਆ ਇਹਨਾਂ ਕੋਲੇ ਕਿ ਉਹਦੇ ਵਿੱਚ ਮੁੱਢਲੇ ਦਿਨਾਂ 'ਚ ਤਾਂ ਇਹ ਇਸ ਗੱਲ ਤੇ ਲੱਗੇ ਰਹੇ ਕਿ ਸਾਰਿਆਂ ਨੂੰ ਕਿਸੇ ਤਰ੍ਹਾਂ ਇਕੱਠੇ ਰੱਖੀਏ, ਤੇ ਜਦੋਂ ਉਹ ਇਕੱਠੇ ਨਹੀਂ ਰਹੇ, ਇਹਨਾਂ ਨੇ ਆਪਦੇ ਤੌਰ ਤੇ ਕੁਝ ਠੀਕ ਆਉਂਦਾ ਹੈ ਨਹੀਂ ਆਉਂਦਾ ਇਹ ਦੇਖੋ। ਸੋ ਇਸ ਲੈਵਲ ਤੇ ਹਾਲੇ ਵੀ ਇਹ ਵੱਡਾ ਚੈਲੰਜ ਹੈ। ਕਿਤੇ ਕਿਤਾਏ ਹੋ ਸਕਦਾ ਹੈ ਕਿਸੇ ਪਾਰਟੀ ਤੋਂ ਕੈਂਡੀਡੇਟ ਲਿਆ ਜਾਵੇ, ਹਾਲੇ ਉਹਨਾਂ ਨੇ ਕੋਈ ਇੱਦਾਂ ਦੀ ਸਟੇਟਮੈਂਟ ਵੀ ਨਹੀਂ ਦਿੱਤੀ ਕਿ ਅਸੀਂ ਇੱਕ ਵੀ ਕੈਂਡੀਡੇਟ ਨਹੀਂ ਲਵਾਂਗੇ ਜਾਂ ਲਵਾਂਗੇ, ਜਾਂ ਕਿਉਂਕਿ ਇੱਕ ਬੜਾ ਕਮਾਲ ਦਾ ਜਵਾਬ ਹੁੰਦਾ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਕੋਲੇ, ਜੇ ਇਹ ਵੀ ਉਸ ਤਰ੍ਹਾਂ ਦੀ ਰਾਜਨੀਤਿਕ ਪਾਰਟੀ ਬਣ ਗਈ, ਇਹਨਾਂ ਕੋਲੇ ਹੁੰਦਾ ਹੈ ਕਿ ਅਸੀਂ ਜੇ ਭਰਾਤਰੀ ਜਥੇਬੰਦੀਆਂ ਤੋਂ ਬੰਦੇ ਲੈ ਲਾਂਗੇ। ਹੁਣ ਉਹ ਭਰਾਤਰੀ ਜਥੇਬੰਦੀਆਂ ਦੀ ਡੈਫੀਨੇਸ਼ਨ ਕੋਈ ਨਹੀਂ ਹੁੰਦੀ, ਬਿਲਕੁਲ ਠੀਕ ਹੈ ਨਾ? ਉਹ ਕੀ ਕਹਿੰਦੇ ਸੀ, ਉਹ ਢੀਂਡਸਾ ਸਾਹਿਬ ਵੀ ਕਹਿੰਦੇ ਸੀ ਕਿ ਅਸੀਂ ਜਿਹੜੇ ਸਾਡੇ ਨਿਸ਼ਾਨੇ ਮੁਤਾਬਕ ਠੀਕ ਲੱਗਣਗੇ ਉਹਨਾਂ ਨਾਲ ਸਮਝੌਤਾ ਕਰਾਂਗੇ। ਇਹ ਅਕਾਲੀ ਦਲ ਵੀ ਕਹਿੰਦਾ ਸੀ। ਹੁਣ ਮੈਨੂੰ ਨਹੀਂ ਪਤਾ ਅਕਾਲੀ ਦਲ ਦੇ ਨਿਸ਼ਾਨੇ ਮੁਤਾਬਕ ਹੁਣ ਬੀਜੇਪੀ ਗਲਤ ਹੋ ਗਈ, ਜਾਂ ਢੀਂਡਸਾ ਸਾਹਿਬ ਦੇ ਨਿਸ਼ਾਨੇ ਮੁਤਾਬਕ ਹੁਣ ਬੀਜੇਪੀ ਠੀਕ ਹੋ ਗਈ, ਪਹਿਲਾਂ ਗਲਤ ਸੀ। ਇਹ ਤਾਂ ਹੁਣ ਉਹੀ ਦੱਸ ਸਕਦੇ ਨੇ। ਸੋ ਇਸ ਕਰਕੇ ਰਾਜਨੀਤਿਕ ਤੌਰ ਤੇ ਇੱਕ ਬੜੀ ਕਮਾਲ ਦੀ ਸਟੇਟਮੈਂਟ ਹੁੰਦੀ ਹੈ ਕਿ ਜੀ ਜਿਹੜੀਆਂ ਸਾਡੀਆਂ ਲਾਈਕ ਮਾਈਂਡਡ ਭਰਾਤਰੀ ਜਥੇਬੰਦੀਆਂ ਹੋਣਗੀਆਂ ਉਹਨਾਂ ਨਾਲ ਸਮਝੌਤਾ ਕਰ ਸਕਦੇ ਹਾਂ। ਮੈਂ ਕਹਿੰਦਾ ਵੀ ਜੇ ਇਹਨਾਂ ਨੂੰ ਕੁਝ ਕੈਂਡੀਡੇਟ ਵਿਨੇਬਿਲਿਟੀ ਵਾਲੇ ਮਿਲ ਵੀ ਗਏ, ਇਹ ਲੈ ਵੀ ਲੈਂਦੇ ਨੇ, ਜਿਹੜੀ ਕੰਸਟੀਚੁਐਂਸੀ ਦੇ ਇਹਨਾਂ ਨੂੰ ਕੈਂਡੀਡੇਟ ਨਹੀਂ ਮਿਲਦਾ। ਦੇਖੋ ਫਿਰ ਮੈਂ ਕਹਿਣਾ ਕਿ ਜਿਹੜਾ ਇਹ ਮੋਰਚਾ ਬਣਿਆ, ਇਹ ਔਖਾ ਕੰਮ ਹੈ ਕਿ ਇਸ ਮੋਰਚੇ 'ਚ ਸਾਰੇ ਕਿਤੇ ਉਹ ਲੀਡਰ ਮਿਲ ਜਾਣ ਜਿਹੜੇ ਕਿਸਾਨ ਅੰਦੋਲਨ 'ਚ ਸੰਘਰਸ਼ਮਈ ਰਹੇ ਹੋਣ। ਬੜੇ ਰਿਮੋਟ ਏਰੀਏ ਇਹੋ ਜਿਹੇ ਹੁੰਦੇ ਨੇ ਕਿ ਉੱਥੋਂ ਸ਼ਾਇਦ ਪਤਾ ਨਹੀਂ ਕਿੰਨੇ ਕੁ ਲੋਕ ਆਏ ਨੇ, ਕਿੰਨੇ ਕੁ ਨਹੀਂ ਆਏ। ਜੇ ਆਪਾਂ ਕਹੀਏ ਗੁਰਦਾਸਪੁਰ ਤੋਂ, ਹੁਸ਼ਿਆਰਪੁਰ ਤੋਂ ਲੋਕ ਤਾਂ ਆਉਂਦੇ ਰਹੇ ਨੇ। ਉਹ ਦੇਖਣਾ ਪਏਗਾ ਵੀ ਉਹ ਕਿਹੜੇ ਜਥੇਬੰਦੀ ਨਾਲ ਰਿਲੇਟਡ ਨੇ, ਕਿਵੇਂ ਨੇ, ਆਪ ਮੁਹਾਰੇ ਆਏ ਹੋਏ ਨੇ, ਰਿਲਾਇਬਲ ਨੇ, ਨਹੀਂ ਰਿਲਾਇਬਲ, ਨਾਲ ਰਹਿਣਗੇ। ਕਿਉਂਕਿ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਇਹ ਹੁੰਦੀ ਹੈ ਇਸ ਵਾਰ, ਜਿੰਨੀ ਹੁੰਦੀ ਹੈ ਉਸ ਤੋਂ ਜ਼ਿਆਦਾ ਹੈ, ਕਿਉਂਕਿ ਇਸ ਵਾਰ ਆਪਾਂ ਨੂੰ ਡਰ ਲੱਗ ਰਿਹਾ ਸਭ ਨੂੰ। ਅੱਜ ਦੇ ਕਿਆ ਸਰਾਈਆਂ ਇਹ ਨੇ ਕਿ ਡਰ ਲੱਗ ਰਿਹਾ ਕਿ ਹੰਗ ਅਸੈਂਬਲੀ ਵਰਗੀ ਪੋਜੀਸ਼ਨ ਨਾ ਆ ਜਾਏ। ਜੇਕਰ ਉੱਦਾਂ ਦੀ ਪੋਜੀਸ਼ਨ ਆ ਜਾਂਦੀ ਹੈ ਕਿ ਇਹ ਨਾ ਹੋਵੇ ਕਿ ਜਿੱਤੇ ਹੋਏ ਬੰਦੇ ਕਿਤੇ ਛੱਡ ਜਾਣ, ਜਿਵੇਂ ਆਮ ਆਦਮੀ ਪਾਰਟੀ ਨਾਲ ਪਿਛਲੀ ਇਲੈਕਸ਼ਨ 'ਚ ਹੋਇਆ ਹੈ। ਬਿਲਕੁਲ, ਮੁੜ ਕੇ ਫਿਰ ਉਸ ਗੱਲ ਦਾ ਜਵਾਬ ਕੋਈ ਨਹੀਂ ਤੁਹਾਡੇ ਕੋਲੇ ਹੁੰਦਾ। ਫਿਰ ਤੁਹਾਨੂੰ ਦੱਸਿਆ ਜਾਂਦਾ ਵੀ ਤੁਸੀਂ ਤਾਂ ਕਹਿੰਦੇ ਸੀ ਕਿ ਅਸੀਂ ਇਮਾਨਦਾਰ ਬੰਦਿਆਂ ਦੀ ਚੋਣ ਕੀਤੀ ਹੈ। ਮਤਲਬ ਇਹਨਾਂ ਨੂੰ ਤੁਸੀਂ, ਮਤਲਬ ਇਮਾਨਦਾਰੀ ਦਾ ਕ੍ਰਾਈਟੇਰੀਆ ਕੀ ਹੈ ਤੁਹਾਡਾ, ਉਹ ਪੈਮਾਨਾ ਕੀ ਹੈ ਜਿਹਦੇ ਨਾਲ ਇਮਾਨਦਾਰੀ ਮਿਲਦੇ ਹੋ? ਇਸ ਤਰ੍ਹਾਂ ਮਿਲਦੇ ਹੋ ਤੁਸੀਂ। ਸੋ ਇਸ ਕਰਕੇ ਇਹ ਬਹੁਤ ਵੱਡਾ ਚੈਲੰਜ ਹੈ। ਜਦੋਂ ਅਸੀਂ ਬਾਹਰੋਂ ਕੋਈ ਵਿਅਕਤੀ ਲੈਂਦੇ ਹਾਂ ਤਾਂ ਉਹ ਪਰਖ ਕੇ ਲੈਂਦੇ ਹਾਂ ਜਾਂ ਨਹੀਂ। ਅੱਛਾ, ਜੇ ਅਸੀਂ ਕੰਪਰੋਮਾਈਜ਼ ਕਰਦੇ ਹਾਂ, ਮੈਂ ਪਰਸਨਲੀ ਜਾਤੀ ਤੌਰ ਤੇ ਮੈਂ ਇਹ ਕਹੂੰਗਾ ਕਿ ਜੇਕਰ ਕਿਸਾਨ ਮੋਰਚੇ ਕੋਲ ਇੱਦਾਂ ਦੀ ਕੋਈ
ਕਿਤੇ ਮਜਬੂਰੀ ਹੋਵੇ, ਮੈਂ ਤੁਹਾਨੂੰ ਹੱਕ ਜਾਂ ਕਿ ਉਹਨਾਂ ਨੂੰ ਸੀਟ ਛੱਡ ਦੇਣੀ ਚਾਹੀਦੀ ਹੈ, ਛੱਡ ਦੇਣੀ ਚਾਹੀਦੀ। ਕਿਸੇ ਹੋਰ ਨਾਲ ਨਾ ਟੈਕਟੀਕਲ ਸਮਝੌਤਾ ਕਰ ਲੈਣਾ ਚਾਹੀਦਾ ਵੀ ਇੱਥੇ ਅਸੀਂ ਤੇਰੀ ਮਦਦ ਕਰ ਦਾਂਗੇ ਪਰ ਦੂਜੀ ਥਾਂ ਤੇ ਸਾਡੀ ਮਦਦ ਕਰ, ਮਤਲਬ ਕੋਈ ਇਸ ਤਰ੍ਹਾਂ ਦੀ ਗੱਲ ਹੋ ਸਕਦੀ ਹੈ। ਸੋ ਪਰੰਤੂ ਜਦੋਂ ਕੋਈ ਮਾੜਾ ਬੰਦਾ ਵਿੱਚ ਆ ਜਾਂਦਾ ਨਾ, ਮਾੜੇ ਤੋਂ ਭਾਵ ਮੇਰਾ ਇਸ ਤਰ੍ਹਾਂ ਨਹੀਂ, ਕੋਈ ਮੈਂ ਕਿਸੇ ਨੂੰ ਬੁਰਾ ਨਹੀਂ ਕਹਿੰਦਾ, ਹਰ ਬੰਦੇ ਦਾ ਇਲੈਕਸ਼ਨ ਲੜਨਾ ਰਾਈਟ ਹੈ, ਇਹ ਸਾਡਾ ਸੰਵਿਧਾਨਕ ਹੱਕ ਹੈ। ਉਸ ਐਂਗਲ ਤੋਂ ਮੈਂ ਕਹਿਣਾ ਕਿ ਜਿਹੜਾ ਉਹਨਾਂ ਦੇ ਮਾਪਦੰਡਾਂ ਦੇ ਨਾਲ ਮੇਲ ਨਹੀਂ ਖਾਂਦਾ, ਉਹ ਇਹੋ ਜਿਹਾ ਬੰਦਾ ਇੱਕ ਵਾਰੀ ਵਿੱਚ ਆ ਗਿਆ ਤੇ ਮੁੜ ਕੇ ਉਹ ਛੜੱਪਾ ਮਾਰ ਕੇ ਐਨ ਮੌਕੇ ਤੇ ਦਗਾ ਦੇ ਗਿਆ, ਤੇ ਉਹਦੀ ਜ਼ਿੰਮੇਵਾਰੀ ਤਾਂ ਫਿਰ ਉਹਨਾਂ ਨੂੰ ਲੈਣੀ ਪਊਗੀ ਜਿਹੜੇ ਉਹਨੂੰ ਛਾਂਟ ਕੇ ਲਿਆਉਂਦੇ ਨੇ। ਸੋ ਇਸ ਕਰਕੇ ਮੈਂ ਇਹ ਗੱਲ ਕਹਿਣਾ ਕਿ ਇਹ ਇੱਕ ਆਪਣੇ ਆਪ 'ਚ ਚੈਲੰਜ ਹੈ, ਔਖਾ ਕੰਮ ਹੈ। ਸੋ ਅਜੇ ਫਿਰ ਮੈਂ ਕਹੂੰਗਾ ਕਿ ਹਾਲੇ ਵੀ 5-7 ਦਿਨ, ਜਿੰਨਾ ਚਿਰ ਸਾਰੇ ਕੈਂਡੀਡੇਟ ਡਿਕਲੇਅਰ ਨਹੀਂ ਹੁੰਦੇ, ਇਹਦਾ ਅੰਕਲਨ ਉਦੋਂ ਕਰਨਾ ਜ਼ਿਆਦਾ ਠੀਕ ਹੋਏਗਾ। ਹੁਣ ਇਹਦਾ ਅੰਕਲਨ ਜਿੰਨਾ ਕੁ ਆਪਾਂ ਕਰ ਰਹੇ ਹਾਂ, ਮੇਰਾ ਖਿਆਲ ਹੈ ਇੰਨਾ ਕਿ ਠੀਕ ਹੈ। ਇਸ ਤੋਂ ਜੇ ਅੱਗੇ ਜਾਂਦੇ ਹਾਂ ਇਹ ਜ਼ਿਆਦਾ ਅਤਕਥ ਨਹੀਂ ਹੋਏਗੀ, ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਦੇਖਿਆ ਇਹਨਾਂ ਨੇ, ਮੋਰਚੇ ਵਾਲਿਆਂ ਨੇ ਕੁਝ ਬੰਦਿਆਂ ਨੂੰ ਆਪਣੀ ਕਮੇਟੀ 'ਚ ਪਾਇਆ, ਲੇਕਿਨ ਉਹ ਬੰਦਿਆਂ ਨੇ ਅਸਹਿਮਤੀ ਦਿੱਤੀ ਕਿ ਅਸੀਂ, ਇਹਦਾ ਮਤਲਬ ਇਹ ਹੋਇਆ ਕਿ ਇਹਨਾਂ ਕੋਲੇ ਬੰਦਿਆਂ ਦੀ ਘਾਟ ਹੈ ਇੱਕ। ਦੂਜਾ, ਬੰਦਿਆਂ ਨੂੰ ਪੁੱਛ ਕੇ ਨਹੀਂ ਪਾਇਆ ਜਾ ਰਿਹਾ, ਜਾਂ ਇਹਨਾਂ ਨੂੰ ਇਹ ਲੱਗ ਰਿਹਾ, ਮੰਨ ਲਓ ਮੈਂ ਵੀ ਹਾਂ, ਮੈਂ ਕਿਸਾਨਾਂ ਦੇ ਹੱਕ 'ਚ ਬੋਲਦਾ, ਕੱਲ ਨੂੰ ਮੈਨੂੰ ਬਿਨਾਂ ਪੁੱਛੇ ਕਮੇਟੀ 'ਚ ਪਾ ਲਿਆ ਜਾਵੇ, ਫਿਰ ਸ਼ਾਇਦ ਇਹਨਾਂ ਦੀ ਗਲਤੀ ਹੋਏਗੀ। ਇਹਨਾਂ ਨੂੰ ਇਹ ਲੱਗਦਾ ਕਿ ਸਾਰੇ ਬੰਦੇ ਬਕਾਊ ਨੇ, ਪੈ ਜਾਂਦੇ ਨੇ, ਜਿਹਨੂੰ ਪਾ ਲਈਏ ਬੰਦਾ ਮੰਨ ਜਾਂਦਾ ਹੈ। ਸਾਰੇ ਬੰਦੇ ਇਸ ਤਰ੍ਹਾਂ ਨਹੀਂ ਹੁੰਦੇ, ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਹੈ। ਮੰਨ ਲਓ ਮੈਂ ਕਿਸੇ ਇੱਕ ਪਾਰਟੀ ਦਾ ਸਮਰਥਕ ਹੋਣ ਦੇ ਬਾਵਜੂਦ ਵੀ ਹੋ ਸਕਦਾ ਹੈ ਮੈਂ ਉਹਨਾਂ ਨਾਲ ਪੋਲੀਟੀਕਲੀ ਐਕਟਿਵ ਨਾ ਹੋਵਾਂ। ਸੋ ਇਸ ਕਰਕੇ ਚੰਗਾ ਹੁੰਦਾ ਉਹਨਾਂ ਨੂੰ ਪਹਿਲਾਂ ਭਰੋਸਾ ਲੈ ਕੇ ਪਾਇਆ ਜਾਵੇ ਤਾਂ ਜ਼ਿਆਦਾ ਬਿਹਤਰ ਹੁੰਦਾ। ਇਹਨਾਂ ਗੱਲਾਂ 'ਚ ਥੋੜ੍ਹੀ ਜਿਹੀ ਮੈਂ ਇਹ ਕਹਿਣਾ ਕਿ ਨੈਗੇਟਿਵ, ਕਿਉਂਕਿ ਚੋਣਾਂ ਦਾ ਸਮਾਂ, ਦੂਜੀਆਂ ਪਾਰਟੀਆਂ ਨੇ ਤਾਂ ਇਹ ਕਹਿਣਾ ਹੈ ਕਿ ਬਿਨਾਂ ਪੁੱਛੇ ਬੰਦਿਆਂ ਨੂੰ ਪਾਈ ਜਾਂਦੇ ਨੇ, ਬੰਦੇ ਇਹਨਾਂ ਦੇ ਨਾਲ ਨਹੀਂ, ਨਾ ਉਹ ਪਹਿਲਾਂ ਨਾਲ ਸੀ ਨਾ ਹੁਣ ਨਾਲ ਨੇ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਨੁਕਤਾਚੀਨੀ ਹੁੰਦੀ ਹੈ, ਇਸ ਗੱਲ ਤੋਂ ਮੈਂ ਤਾਂ ਕਹੂੰਗਾ ਸਾਰੀਆਂ ਪਾਰਟੀਆਂ ਨੂੰ ਹੀ ਬਚਣਾ ਚਾਹੀਦਾ। ਬਿਨਾਂ ਭਰੋਸੇ 'ਚ ਲਏ ਇੱਦਾਂ ਤੁਸੀਂ ਕਿਸੇ ਨੂੰ ਅਹੁਦਾ ਦੇ ਦਿੰਦੇ ਹੋ, ਉਹਦੀ ਕੋਈ ਗੱਲ ਨਹੀਂ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਹੋਰ ਹਫਤਾ ਇੱਕ ਉਡੀਕ ਕਰਨੀ ਪਊਗੀ। ਬਿਲਕੁਲ। ਧਾਲੀਵਾਲ ਸਾਹਿਬ ਸ਼ੁਕਰੀਆ, ਬੜਾ ਸਟੀਕ ਤੁਸੀਂ ਵਿਸ਼ਲੇਸ਼ਣ ਕੀਤਾ। ਧੰਨਵਾਦ ਜੀ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ, ਜਿਵੇਂ ਮੈਂ ਦੱਸਿਆ ਕਿ ਬੜਾ ਸਟੀਕ ਵਿਸ਼ਲੇਸ਼ਣ ਕੀਤਾ। ਤੁਸੀਂ ਸਾਰੀ ਇਹ ਪੈਟਰਨ ਜੋ ਕਿਸਾਨਾਂ ਦਾ ਹੈਗਾ ਸਮਝ ਗਏ ਹੋਵੋਗੇ, ਅਗਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਊਗਾ ਤੇ ਲਗਾਤਾਰ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ 'ਤੇ। ਧੰਨਵਾਦ।